ਫਾਈਨਲੀ ਅਸੀਂ ਮਰੀ ਪਹੁੰਚ ਗਏ ਹਾਂ ਅਤੇ ਮਰੀ 'ਚ ਜਦੋਂ ਅਸੀਂ ਦੇਖਿਆ ਰਸ਼ ਹੀ ਇੰਨਾ ਸੀਗਾ ਕਿ ਸਾਡੇ ਹੋਸ਼ ਹੀ ਉੱਡ ਗਏ। ਸਾਨੂੰ ਹੁਣ ਇਹ ਨਾ ਸਮਝ ਆਵੇ ਕਿ ਅਸੀਂ ਜਾਈਏ ਤਾਂ ਜਾਈਏ ਕਿਹੜੇ ਪਾਸੇ। ਫਿਰ ਕੀ ਹੋਇਆ, ਅਸੀਂ ਫਿਰਦੇ ਰਹੇ, ਕਦੀ ਇੱਧਰ ਜਾਓ, ਕਦੀ ਉੱਧਰ ਜਾਓ, ਕਦੀ ਉਹ ਦੇਖੋ, ਕਦੀ ਇਹ ਦੇਖੋ। ਸਭ ਤੋਂ ਪਹਿਲੇ ਤਾਂ ਅਸੀਂ ਕਮਰਿਆਂ ਦਾ ਬੰਦੋਬਸਤ ਕੀਤਾ, ਜਾ ਕੇ ਕਮਰੇ ਲੱਭੇ, ਪਰ ਸਾਨੂੰ ਇੱਕ ਕਮਰਾ ਵੀ ਨਹੀਂ ਲੱਗਿਆ ਕਿਉਂਕਿ ਮੇਰੀ ਫੁੱਲ ਹਾਊਸ ਸੀਗਾ। ਬਿਲਕੁਲ ਕਿਸੇ ਵੀ ਹੋਟਲ ਦੇ ਵਿੱਚ ਕਿਸੇ ਵੀ ਕਿਸਮ ਦਾ ਕਮਰਾ ਨਹੀਂ ਮਿਲਿਆ, ਨਾ 15,000 ਨੂੰ, ਨਾ 20,000 ਨੂੰ, ਨਾ 10,000 ਨੂੰ, ਨਾ 25,000 ਨੂੰ। ਟੋਟਲੀ ਮਰੀ ਫੁੱਲ ਸੀ। ਇਤਨਾ ਰਸ਼ ਸੀਗਾ ਕਿ ਇਹਦੇ ਵਿੱਚ ਅੱਧੇ ਲੋਕ ਜਿਹੜੇ ਹੈਗੇ ਸੀ ਪੂਰੇ ਇਸ ਤਰ੍ਹਾਂ ਸਾਰੇ ਜਾ ਕੇ ਇਸ ਤਰ੍ਹਾਂ ਹੀ ਰਾਤ ਗੁਜ਼ਾਰੀ। ਅਸੀਂ ਵੀ ਫੈਸਲਾ ਕੀਤਾ, ਅਸੀਂ ਗੱਡੀ ਖੜੀ ਕੀਤੀ। ਗੱਡੀ ਖੜੀ ਕਰਨ ਦਾ ਵੀ ਉਹਨਾਂ ਨੇ ਸਾਡੇ ਕੋਲ 1,000 ਰੁਪਈਆ ਲਿਆ, ਸਿਰਫ ਇੱਕ ਰਾਤ ਦਾ 1,000 ਰੁਪਈਆ ਲਿਆ ਗੱਡੀ ਖੜੀ ਕਰਨ ਦਾ। ਸੋ ਅਸੀਂ ਫਿਰ ਤੁਰਦੇ ਰਹੇ, ਕਦੀ ਇੱਧਰ ਕਦੀ ਉੱਧਰ, ਕਦੀ ਇੱਧਰ ਜਾ ਰਹੇ ਕਦੀ ਉੱਧਰ ਜਾ ਰਹੇ। ਜਦ ਥਕਾਵਟ ਹੋਈ ਜਾ ਕੇ ਗੱਡੀ 'ਚ ਬਹਿ ਗਏ, ਜਦ ਥਕਾਵਟ ਨਾ ਹੋਈ ਫਿਰ ਤੁਰੇ ਰਹੇ। ਫਿਰ ਅਸੀਂ ਫੈਸਲਾ ਕੀਤਾ ਕਿ ਹੁਣ ਇੱਥੋਂ ਇਸਲਾਮਾਬਾਦ ਜਾਈਏ, ਪਰ ਰਾਤ ਨਹੀਂ ਹੋ ਗਈ ਸੀਗੀ ਕਿ ਇਸਲਾਮਾਬਾਦ ਵੀ ਜਾਣ ਦਾ ਫਾਇਦਾ ਕੋਈ ਨਹੀਂ ਸੀਗਾ। ਸੋ ਅਸੀਂ ਕਿਹਾ ਫਿਰ ਹੋਰ ਇੰਤਜ਼ਾਰ ਕਰਦੇ ਹਾਂ, ਸੁਬਹ ਤੜਕੇ ਨਿਕਲਦੇ ਹਾਂ ਫੈਸਲਾਬਾਦ। ਅਸੀਂ ਇੰਤਜ਼ਾਰ ਕਰਦੇ ਰਹੇ, ਕਦੀ ਇੱਧਰ ਜਾ ਰਹੇ ਹਾਂ ਕਦੀ ਉੱਧਰ, ਕੁਛ ਉਹ ਕਰ ਰਹੇ, ਕੋਈ ਇਹ ਕਰ ਰਹੇ, ਕੋਈ ਉਹ ਕਰ ਰਹੇ। ਕਾਫੀ ਦੇਰ ਜਦੋਂ ਹੋ ਗਈ ਔਰ ਬਹੁਤ ਜ਼ਿਆਦਾ ਥਕਾਵਟ ਹੋ ਗਈ ਅਤੇ ਫਿਰ ਅਸੀਂ ਫੈਸਲਾ ਕੀਤਾ ਕਿ ਹੁਣ ਨਹੀਂ ਬਈ, ਹੁਣ ਬਸ, ਹੁਣ ਨਹੀਂ, ਹੁਣ ਬਿਲਕੁਲ ਨਹੀਂ, ਹੁਣ ਅਖੀਰ ਹੀ ਹੋ ਗਈ। ਸੋ ਅਸੀਂ ਥੋੜ੍ਹਾ ਜਿਹਾ ਹੋਰ ਫਿਰਨ ਦਾ ਫੈਸਲਾ ਕਰ ਲਿਆ। ਫਿਰਦੇ ਰਹੇ, ਕਦੀ ਇੱਧਰ ਕਦੀ ਉੱਧਰ, ਕਦੀ ਉੱਧਰ, ਕਦੀ ਮਾਲ ਰੋਡ 'ਤੇ, ਕਦੀ GPO, ਕਦੀ ਉਹ ਨੀਚੇ ਜਾਓ ਜੀ। ਬਹੁਤ ਜ਼ਿਆਦਾ ਥਕਾਵਟ ਹੋਣ ਦੇ ਬਾਵਜੂਦ ਅਸੀਂ ਫਿਰ ਵੀ ਇੰਜੋਏ ਕਰਦੇ ਰਹੇ। ਇਹ ਇੰਜੋਏ ਨਹੀਂ ਸੀ, ਇਹ ਜ਼ਲਾਲਤ ਸੀ ਮੇਰੀ, ਠੀਕ ਹੈ ਨਾ, ਕਿਉਂਕਿ ਸਾਨੂੰ ਕਮਰਾ ਲੱਭਿਆ ਨਹੀਂ। ਕਮਰਾ ਲੱਭਿਆ ਹੁੰਦਾ ਤਾਂ ਫਿਰ ਹੋਰ ਗੱਲ ਸੀ। ਅਤੇ ਅੱਲਾ ਖੈਰ ਕਰੇ, ਇੱਥੇ ਅਸੀਂ ਬਣਾ ਰਹੇ ਸੀਗੇ ਵੀਡੀਓ ਬਣਾ ਰਹੇ ਸੀ, ਕੋਈ ਸੈਲਫੀਆਂ ਬਣਾ ਰਹੇ ਸੀ, ਕੋਈ ਆਪਣੇ ਵਲਾਗ ਨੂੰ ਲੱਗੇ ਸੀ, ਵਲਾਗ ਬਣਾ ਰਹੇ ਸੀਗੇ। ਅਤੇ ਟਾਈਮ ਹੋ ਗਿਆ ਸੀ ਰਾਤ ਦੇ ਤਕਰੀਬਨ 1 ਜਾਂ 2 ਦਾ ਟਾਈਮ, 1 ਦਾ ਸ਼ਾਇਦ ਹੋ ਗਿਆ ਸੀ, 1 ਦਾ ਟਾਈਮ ਹੋ ਗਿਆ ਸੀਗਾ। ਜਦੋਂ 1 ਦਾ ਟਾਈਮ ਹੋਇਆ ਤਾਂ ਫਿਰ ਬਿਲਕੁਲ ਹੀ ਬੱਸ ਹੋ ਗਈ ਸੀ। ਫਿਰ ਦਿਲ ਕੀਤਾ ਕਿ ਹੁਣ ਨਹੀਂ ਬਈ, ਹੁਣ ਜਾਣਾ ਬਣਦਾ ਵਾ। ਅਸੀਂ ਪਲੈਨ ਬਣਾ ਲਿਆ ਇਸਲਾਮਾਬਾਦ ਆਉਣ ਦਾ। ਇਸਲਾਮਾਬਾਦ ਲਈ ਨਿਕਲਣ ਲਈ ਸਾਡੇ ਕੋਲ ਮਰੀ ਦੇ ਵਿੱਚੋਂ ਵੀ ਨਿਕਲਣਾ ਜ਼ਰੂਰੀ ਸੀਗਾ। ਸੋ ਅਸੀਂ ਫਿਰ GPO ਚੌਂਕ ਆਏ। GPO ਚੌਂਕ ਜਿੱਥੇ ਸਾਡੀ ਗੱਡੀ ਖੜੀ ਸੀ ਉੱਥੇ ਜਾ ਕੇ ਦੇਖਿਆ ਕਿ ਕਿਆ ਰਸ਼ ਹੈ, ਸਾਡੀ ਗੱਡੀ ਨਿਕਲ ਸਕਦੀ ਇੱਥੋਂ ਜਾਂ ਨਹੀਂ। ਅਤੇ ਜਦੋਂ ਉੱਥੇ ਦੇਖਿਆ ਕਿ ਬੇਇੰਤਹਾ ਰਸ਼ ਹੈ, ਉੱਥੋਂ ਗੱਡੀ ਦੇ ਨਿਕਲਣ ਦੇ ਚਾਂਸ ਕੋਈ ਨਹੀਂ ਸੀ। ਲਿਹਾਜ਼ਾ ਅਸੀਂ ਇੱਥੇ ਫਿਰ ਆਪਣਾ ਇਰਾਦਾ ਬਦਲ ਦਿੱਤਾ। ਜਦੋਂ ਅਸੀਂ ਆਪਣਾ ਇਰਾਦਾ ਬਦਲਿਆ ਤਾਂ ਫਿਰ ਅਸੀਂ ਮਾਲ ਰੋਡ 'ਤੇ ਨੀਚੇ ਜਾਣ ਦਾ ਫੈਸਲਾ ਕੀਤਾ। ਸਾਨੂੰ ਉੱਥੇ ਇੱਕ ਉਹ ਮਸਾਜਰ ਜੀ ਮਸ਼ੀਨ ਲੱਭੀ। ਉੱਥੇ ਸਾਡਾ ਫੈਸਲਾ ਹੋਇਆ ਜੀ ਕਿ ਉੱਥੇ ਜੀ ਮਸਾਜ ਕਰਾਉਣੀ ਹੈ ਜੀ ਉਹ ਮਸ਼ੀਨ ਕੋ। ਲਿਹਾਜ਼ਾ ਅਸੀਂ ਉਹਨੂੰ ਲੱਭਣ ਟੁਰ ਪਏ। ਥੱਲੇ ਜਾ ਰਹੇ ਸੀਗੇ, ਜਦੋਂ ਕਾਫੀ ਨੀਚੇ ਗਏ ਅਤੇ ਉੱਥੇ ਸਾਨੂੰ ਉਹ ਮਸ਼ੀਨ ਨਜ਼ਰ ਤਕਰੀਬਨ ਆ ਗਈ ਸੀ। ਫਿਰ ਉਹਦੇ ਨਾਲ ਅਸੀਂ ਡਿਸਕਸ ਕੀਤਾ ਜੀ, ਉਹਦਾ ਕੀ ਰੇਟ ਹੈ ਜੀ, ਕਿੰਨੇ ਪੈਸੇ ਲਓਗੇ ਜੀ, ਕੀ ਹਿਸਾਬ ਕਿਤਾਬ ਹੈ। ਅਤੇ ਤਕਰੀਬਨ ਇੱਕ ਬੰਦੇ ਦਾ ਉਹ ਲੈ ਰਹੇ ਸੀਗੇ ਜੀ 15 ਮਿੰਟ ਦਾ 500 ਰੁਪਈਆ। 500 ਰੁਪਈਆ 15 ਮਿੰਟ ਦਾ ਲੈ ਰਹੇ ਸੀਗੇ। ਥਕਾਵਟ ਇੰਨੀ ਸੀਗੀ ਕਿ ਉਹ 1000 ਵੀ ਮੰਗ ਲੈਂਦਾ ਅਤੇ ਦੇ ਦੇਣੇ ਸੀ। 1000 ਵੀ ਉਹ ਮੰਗ ਲੈਂਦਾ ਅਤੇ ਸ਼ਾਇਦ ਅਸੀਂ ਦੇ ਦਿੰਦੇ, ਇੰਨੀ ਥਕਾਵਟ ਹੋਈ ਫਿਰਦੀ ਸੀ। ਸੋ ਅਸੀਂ ਗਏ ਅਤੇ ਫਿਰ ਉਹ ਮਸਾਜ ਵਾਲੇ ਕੋ ਜਿਹੜੀ ਉਹ ਮਸ਼ੀਨ ਹੈ ਉਹਦੇ ਵਿੱਚ ਟੋਕਨ ਲਿਆ। ਟੋਕਨ ਲਾਉਣ ਤੋਂ ਬਾਅਦ ਉਸ ਮਸ਼ੀਨ ਨੂੰ ਚਲਾਇਆ ਅਸੀਂ। ਮਸ਼ੀਨ ਕਾਹਦੀ ਸੀ, ਉਹ ਕੁਰਸੀ ਜੀ ਸੀਗੀ, ਕੁਰਸੀ 'ਤੇ ਬਹਿਣਾ ਅਤੇ ਜੀ ਉਹ ਜਨਾਬ ਅਲੀ ਮਗਰੋਂ ਕੋਈ ਚੀਜ਼ ਝੱਲਣੀ ਹੈ ਕੁਰਸੀ ਦੇ ਵਿੱਚ, ਜਿਵੇਂ ਕਿਹੜੀ ਸ਼ੈ ਕਹੀਏ, ਕਦੀ ਤਾਂ ਕਦੀ ਠਾਂ, ਕਦੀ ਕਿਸ ਤਰ੍ਹਾਂ ਅਤੇ ਮਸਾਜ ਹੋ ਰਹੀ ਹੈ ਜੀ। ਅੱਲਾ ਦੇ ਹੁਕਮ ਨਾਲ ਉਹਨਾਂ ਦੇ
ਮਸ਼ੀਨ ਵੀ ਟੋਟਲੀ ख़राब ਸੀਗੀ, ਠੀਕ ਹੈ ਨਾ। ਕਈ ਜਗ੍ਹਾ 'ਤੇ ਕੰਮ ਕਰ ਰਹੀ ਸੀ, ਕਈ ਜਗ੍ਹਾ 'ਤੇ ਬਿਲਕੁਲ ਹੀ ਕੰਮ ਨਹੀਂ ਕਰ ਰਹੀ ਸੀ। ਇੰਜੋਏ ਤਾਂ ਬਹੁਤ ਕੀਤਾ, ਪਰ ਥੋੜ੍ਹਾ ਜਿਹਾ ਉਹਦੇ ਨਾਲ ਇੰਜੋਏ ਦੇ ਨਾਲ ਜ਼ਲੀਲ ਵੀ ਅਸੀਂ ਹੋਏ, ਕਿਉਂਕਿ ਕਮਰੇ ਤੋਂ ਬਗੈਰ ਕਿਤੇ ਵੀ ਰਹਿਣਾ ਬਹੁਤ ਔਖਾ ਹੈ। ਕਮਰੇ ਤੋਂ ਬਗੈਰ ਰਹਿਣਾ ਬਹੁਤ ਜ਼ਿਆਦਾ ਔਖਾ। ਸੋ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤੇ ਇਹਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਇਹ ਉਹ ਮਸ਼ੀਨ ਸੀਗੀ ਜਿਹਦੇ ਵਿੱਚ ਅਸੀਂ ਰਿਲੈਕਸ ਫੀਲ ਕਰ ਰਹੇ ਸੀ, ਲੇਕਿਨ ਇਹਦੇ ਵਿੱਚ ਕੋਈ ਸ਼ੈ ਵੀ ਨਹੀਂ ਸੀਗੀ, ਬਕਵਾਸ ਤਰੀਕ ਸੀ, ਸਾਰੀ ਖ਼ਰਾਬ ਸੀ। ਕਿਤੇ ਕੰਮ ਕਰ ਰਹੀ ਸੀ, ਕਿਤੇ ਨਹੀਂ ਕੰਮ ਕਰ ਰਹੀ ਸੀ। ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਅਗਲੀ ਵੀਡੀਓ ਫਿਰ ਹਾਜ਼ਰ ਹੋਂਗੇ। ਅੱਲਾ ਹਾਫਿਜ਼।